ਹੈਲੋ एवरीवन, ਤੁਹਾਡਾ ਦੂਜੀ ਵੀਡੀਓ ਦੇ ਵਿੱਚ ਸਵਾਗਤ ਹੈ। ਸਾਡੀ MCQs ਜਿਹੜੇ ਅਸੀਂ ਸਟਾਰਟ ਕੀਤੇ ਸੀਗੇ, ਅਸੀਂ ਪ੍ਰੈਪਰੇਸ਼ਨ ਕਰ ਰਹੇ ਹਾਂ ਜੁਲਾਈ ਟੈਸਟ ਦੀ ਕੈਮਿਸਟਰੀ ਦੀ ਕਲਾਸ +1 ਦੀ। ਸੋ ਜਿਹੜੇ ਅਸੀਂ ਸੀਰੀਜ਼ ਸਟਾਰਟ ਕੀਤੀ ਸੀਗੀ, ਅੱਜ ਇਹ ਦੂਸਰੀ ਵੀਡੀਓ ਹੈ। ਸੋ ਸਟਾਰਟ ਕਰਦੇ ਹਾਂ। ਅਸੀਂ ਇਹ ਜਿਹੜੀਆਂ ਅਸੀਂ MCQs ਕਰ ਰਹੇ ਹਾਂ, ਇਹ ਜਿਹੜੀ ਡੇਲੀ ਡੋਜ਼ ਆਉਂਦੀ ਹੈ ਉਹਨਾਂ ਦੇ ਵਿੱਚੋਂ ਹੀ ਲਏ ਗਏ ਨੇ। ਠੀਕ ਹੈ, ਟੌਪਿਕ ਦੇ ਰਿਲੇਟਿਡ ਜਿਹੜੇ ਵੀ MCQs ਬਣਦੇ ਨੇ ਉਹ ਅਸੀਂ ਡਿਸਕਸ ਕਰਨ ਜਾ ਰਹੇ ਹਾਂ। ਠੀਕ ਹੈ ਸਟੂਡੈਂਟਸ, ਹਰ ਰੋਜ਼ ਦੀ ਵੀਡੀਓ ਦੇ ਵਿੱਚ ਅਸੀਂ 10 ਜਾਂ 20 MCQs ਡਿਸਕਸ ਕਰਾਂਗੇ ਹਰ ਰੋਜ਼। ਠੀਕ ਹੈ, ਡੇਲੀ ਇੱਕ ਵੀਡੀਓ ਆਏਗੀ ਸਾਡੀ। ਸੋ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੋਏਗਾ ਅਤੇ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ। ਸੋ ਸਟਾਰਟ ਕਰਦੇ ਹਾਂ MCQs। ਫਸਟ ਕੁਐਸਚਨ ਹੈ ਦੀ ਫੋਰਸ ਆਫ ਗ੍ਰੈਵਿਟੀ ਐਕਟਿੰਗ ਔਨ ਐਨ ਆਬਜੈਕਟ ਇਜ਼ ਕਾਲਡ। ਕਹਿੰਦੇ ਕਿ ਜਿਹੜੀ ਫੋਰਸ ਲੱਗਦੀ ਹੈ ਗ੍ਰੈਵਿਟੀ ਦੇ ਕਾਰਨ ਕਿਸੇ ਵੀ ਆਬਜੈਕਟ 'ਤੇ, ਉਹਨੂੰ ਅਸੀਂ ਕੀ ਕਹਿੰਦੇ ਹਾਂ। ਜਦੋਂ ਅਸੀਂ ਇਹਨਾਂ ਦੀਆਂ ਡੈਫੀਨੇਸ਼ਨਸ ਕੀਤੀਆਂ ਸੀਗੀਆਂ, ਵੇਟ ਦੀ ਜਦੋਂ ਅਸੀਂ ਡੈਫੀਨੇਸ਼ਨ ਪੜ੍ਹਦੇ ਹਾਂ ਤੁਹਾਨੂੰ ਯਾਦ ਹੋਏਗਾ ਕਿ ਵੇਟ ਦੀ ਡੈਫੀਨੇਸ਼ਨ ਕੀ ਹੁੰਦੀ ਹੈ। ਵੇਟ ਦੀ ਡੈਫੀਨੇਸ਼ਨ ਹੁੰਦੀ ਆ ਇਟ ਇਜ਼ ਦੀ ਫੋਰਸ that is exerted by due to gravity ਜਾਂ exerted by gravity। ਠੀਕ ਹੈ, ਕਿ ਜਿਹੜੀ ਗ੍ਰੈਵਿਟੀ ਦੇ ਕਾਰਨ ਕਿਸੇ ਵੀ ਚੀਜ਼ ਦੇ ਉੱਤੇ, ਕਿਸੇ ਵੀ ਆਬਜੈਕਟ ਦੇ ਉੱਤੇ ਕੋਈ ਫੋਰਸ ਲੱਗਦੀ ਹੈ, ਉਹਨੂੰ ਅਸੀਂ ਕੀ ਕਹਿੰਦੇ ਹਾਂ, ਵੇਟ ਕਹਿੰਦੇ ਹਾਂ। ਸੋ ਇਹੀ ਹੈ ਦੀ ਫੋਰਸ ਆਫ ਗ੍ਰੈਵਿਟੀ ਐਕਟਿੰਗ ਔਨ ਐਨ ਆਬਜੈਕਟ ਇਜ਼ ਕਾਲਡ ਇਟਸ ਵੇਟ। ਉਹਦਾ ਵੇਟ ਕਹਾਉਂਦਾ ਆ। ਠੀਕ ਹੈ, ਜਿਹੜੀ ਫੋਰਸ ਲੱਗਦੀ ਹੈ ਗ੍ਰੈਵਿਟੀ ਦੇ ਰੂਪ ਦੇ ਵਿੱਚ। ਠੀਕ ਹੈ ਸਟੂਡੈਂਟਸ, ਸੋ ਇਹਦਾ ਆਨਸਰ ਹੈਗਾ ਆ ਫਸਟ ਆਪਸ਼ਨ, ਇਟਸ ਵੇਟ। ਠੀਕ ਹੈ ਸਟੂਡੈਂਟਸ, ਸੋ ਜੇ ਬਾਕੀ ਆਪਸ਼ਨਾਂ 'ਤੇ ਜਾਣਾ ਹੋਵੇ, ਮਾਸ ਦੀ ਡੈਫੀਨੇਸ਼ਨ ਕੀ ਹੁੰਦੀ ਹੈ। ਮਾਸ ਕੀ ਹੁੰਦਾ ਆ ਕਿ ਉਹਦੇ ਵਿੱਚ ਅਮਾਊਂਟ ਆਫ ਮੈਟਰ ਪ੍ਰੈਜ਼ੈਂਟ ਇਨ ਦੈਟ ਆਬਜੈਕਟ, ਉਸ ਆਬਜੈਕਟ ਦੀ ਵਿੱਚ ਕਿੰਨਾ ਮੈਟਰ ਪ੍ਰੈਜ਼ੈਂਟ ਹੈ, ਅਮਾਊਂਟ ਆਫ ਮੈਟਰ, ਉਹਨੂੰ ਅਸੀਂ ਕਹਿੰਦੇ ਹਾਂ ਮਾਸ। ਠੀਕ ਹੈ, ਔਰ ਡਾਊਨ ਫੋਰਸ ਇਹ ਤਾਂ ਖੁਦ ਹੀ ਗ੍ਰੈਵਿਟੀ ਹੁੰਦੀ ਹੈ। ਸੋ ਇਹਦਾ ਆਨਸਰ ਫਸਟ ਆਪਸ਼ਨ ਆਏਗਾ। ਨੈਕਸਟ ਕੁਐਸਚਨ ਇਜ਼ ਵਿਚ ਆਫ ਦੀ ਫੋਲੋਇੰਗ ਚੇਂਜ ਵਿਦ ਲੋਕੇਸ਼ਨ। ਕਹਿੰਦੇ ਕਿ ਤਿੰਨਾਂ ਦੇ ਵਿੱਚੋਂ ਕਿਹੜੀ ਲੋਕੇਸ਼ਨ ਦੇ ਨਾਲ ਚੇਂਜ ਹੋਏਗੀ। ਠੀਕ ਹੈ, ਫਿਜ਼ੀਕਲ ਕੁਆਂਟੀਟੀ ਦਿੱਤੀਆਂ ਗਈਆਂ ਨੇ ਤਿੰਨ, ਕਿਹੜੀ ਜਿਹੜੀ ਆ ਉਹ ਲੋਕੇਸ਼ਨ ਦੇ ਨਾਲ, ਜਗ੍ਹਾ ਬਦਲਣ ਦੇ ਨਾਲ ਚੇਂਜ ਹੋਏਗੀ। ਠੀਕ ਹੈ, ਫਸਟ ਆਫ ਆਲ ਹੈ ਸਾਡੇ ਕੋਲ ਮਾਸ। ਜਦੋਂ ਅਸੀਂ ਇਹਨਾਂ ਦੇ ਡਿਫਰੈਂਸ ਪੜ੍ਹੇ ਸੀਗੇ ਮਾਸ ਐਂਡ ਵੇਟ ਦੇ ਵਿੱਚ, ਤਾਂ ਅਸੀਂ ਇੱਕ ਡਿਫਰੈਂਸ ਕੀਤਾ ਸੀਗਾ ਕਿ ਮਾਸ ਕੀ ਹੈ, ਕਾਂਸਟੈਂਟ ਹੈਗੀ ਆ, ਕਾਂਸਟੈਂਟ ਫਿਜ਼ੀਕਲ ਕੁਆਂਟੀਟੀ ਆ, ਬਟ ਜਿਹੜੀ ਵੇਟ ਹੈ ਉਹ ਕੀ ਆ, ਉਹ ਕਾਂਸਟੈਂਟ ਨਹੀਂ ਹੈ। ਠੀਕ ਹੈ, ਉਹ ਕਿਤੇ ਅਲੱਗ ਅਲੱਗ ਲੋਕੇਸ਼ਨ 'ਤੇ ਜਾ ਕੇ ਵੇਟ ਜਿਹੜਾ ਆ ਉਹ ਡਿਫਰੈਂਟ ਹੋ ਸਕਦਾ ਹੈ। ਠੀਕ ਹੈ, ਮਤਲਬ ਕਿ ਜਿਹੜਾ ਵੇਟ ਹੈ ਉਹ ਬਦਲ ਸਕਦਾ ਹੈ। ਠੀਕ ਹੈ, ਮਾਸ ਕੀ ਹੈ, ਕਾਂਸਟੈਂਟ ਹੈ, ਇਹ ਬਦਲੇਗਾ ਨਹੀਂ, ਹਰ ਜਗ੍ਹਾ 'ਤੇ ਮਾਸ ਜਿਹੜਾ ਹੈ ਉਹ ਸੇਮ ਰਹੇਗਾ। ਠੀਕ ਹੈ, ਸੋ ਇਹਦੇ ਤੋਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਇਹਦਾ ਆਨਸਰ ਕੀ ਆ, ਵੇਟ। ਠੀਕ ਹੈ ਸਟੂਡੈਂਟਸ, ਔਰ ਵੋਲਿਊਮ ਵੀ ਹਰ ਜਗ੍ਹਾ 'ਤੇ ਸੇਮ ਹੀ ਰਹਿੰਦਾ ਹੈ, ਜਿੰਨਾ ਵੋਲਿਊਮ ਇੱਥੇ ਹੋਏਗਾ ਉਨਾ ਹੀ ਕਿਤੇ ਹੋਰ ਹੋਏਗਾ। ਤੁਸੀਂ 10th ਵਿੱਚ ਵੀ ਪੜ੍ਹਿਆ ਹੋਏਗਾ ਕਿ ਜਦੋਂ ਅਰਥ 'ਤੇ ਜਿਹੜਾ ਕਿਸੇ ਚੀਜ਼ ਦਾ ਭਾਰ ਹੈ ਅਤੇ ਉਹ ਚੰਨ 'ਤੇ ਉਹਦਾ ਭਾਰ ਬਹੁਤ ਜ਼ਿਆਦਾ ਡਿਫਰੈਂਟ ਹੋ ਜਾਂਦਾ ਹੈ। ਠੀਕ ਹੈ ਸਟੂਡੈਂਟਸ, ਕਿਉਂਕਿ ਗ੍ਰੈਵਿਟੀ ਜਿਹੜੀ ਚੰਨ 'ਤੇ ਗ੍ਰੈਵਿਟੀ ਲੱਗਦੀ ਆ ਉਹ ਡਿਫਰੈਂਟ ਹੈ, ਜਿਹੜੀ ਅਰਥ 'ਤੇ ਗ੍ਰੈਵਿਟੀ ਲੱਗਦੀ ਆ ਉਹ ਡਿਫਰੈਂਟ ਹੈ। ਇਸ ਕਰਕੇ ਲੋਕੇਸ਼ਨ ਦੀ ਚੇਂਜ ਦੇ ਕਾਰਨ ਵੇਟ ਦੇ ਵਿੱਚ ਜਿਹੜਾ ਚੇਂਜ ਹੈ ਉਹ ਆ ਜਾਂਦਾ ਹੈ। ਥਰਡ ਕੁਐਸਚਨ ਹੈ ਵਟ ਇਜ਼ ਦੀ ਗ੍ਰੈਵੀਟੇਸ਼ਨਲ ਫੀਲਡ ਸਟਰੈਂਥ ਆਫ ਅਰਥ। ਅਰਥ ਦੀ ਜਿਹੜੀ ਗ੍ਰੈਵੀਟੇਸ਼ਨਲ ਫੀਲਡ ਸਟਰੈਂਥ ਹੈ ਉਹ ਕਿੰਨੀ ਹੈ। ਠੀਕ ਹੈ, ਦੈਟ ਇਜ਼ ਸਟੂਡੈਂਟਸ, ਇਹ ਤੁਹਾਨੂੰ ਯਾਦ ਰੱਖਣਾ ਪਏਗਾ, ਉਹ ਹੈ 10 ਨਿਊਟਨ ਪਰ kg। ਠੀਕ ਆ, 10 ਨਿਊਟਨ ਪਰ 1 kg। ਇਹਦਾ ਸਟੂਡੈਂਟਸ ਮਤਲਬ ਕੀ ਆ ਕਿ 1 kg ਜਿਸ ਆਬਜੈਕਟ ਦਾ ਮਾਸ ਹੈ ਉਸ ਆਬਜੈਕਟ ਨੂੰ 10 ਨਿਊਟਨ ਫੋਰਸ ਜਿਹੜੀ ਆ, ਗ੍ਰੈਵਿਟੀ ਹੈ, ਉਹ ਜਿਹੜੀ ਲੱਗੇਗੀ। ਠੀਕ ਹੈ, ਮਤਲਬ ਕਿ 1 kg ਆਬਜੈਕਟ, ਮਾਸ ਵਾਲੇ ਆਬਜੈਕਟ ਨੂੰ 10 ਨਿਊਟਨ ਜਿਹੜੀ ਆ ਉਹ ਫੋਰਸ ਜਿਹੜੀ ਆ ਉਹ ਲੱਗੇਗੀ ਅਟਰੈਕਟ ਹੋਣ ਦੇ ਲਈ। ਠੀਕ ਹੈ ਸਟੂਡੈਂਟਸ, ਸੋ ਇਹ ਤੁਸੀਂ ਯਾਦ ਰੱਖਣਾ ਹੈ 10, ਇਹ ਬਹੁਤ ਇੰਪੋਰਟੈਂਟ ਹੈ। ਸੋ ਫੋਰਥ ਕੁਐਸਚਨ ਦੇਖਦੇ ਹਾਂ, ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਫੋਲਸ। ਕਹਿੰਦੇ ਕਿਹੜੀ ਸਟੇਟਮੈਂਟ ਜਿਹੜੀ ਆ ਉਹ ਫੋਲਸ ਹੈ। ਠੀਕ ਹੈ ਸਟੂਡੈਂਟਸ, ਫਸਟ ਆਪਸ਼ਨ ਹੈ ਸਾਡੇ ਕੋਲ ਵੇਟ ਇਜ਼ ਅ ਵੈਕਟਰ ਕੁਆਂਟੀਟੀ। ਇਹਦੇ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਵੈਕਟਰ ਕੁਆਂਟੀਟੀ ਕੀ ਹੁੰਦੀ ਆ। ਜਦ ਅਸੀਂ ਬਹੁਤ ਵਾਰੀ ਡਿਫਰੈਂਸ ਕਰ ਚੁੱਕੇ ਹਾਂ ਕਿ ਸਕੇਲਰ ਕੁਆਂਟੀਟੀ ਤੇ ਵੈਕਟਰ ਕੁਆਂਟੀਟੀ ਵਿੱਚ ਕੀ ਡਿਫਰੈਂਟ ਹੈ।
ਜਦੋਂ ਅਸੀਂ ਡਿਫਰੈਂਟ ਕਰਦੇ ਹਾਂ ਇਹਨਾਂ ਦੇ ਤਾਂ ਸਕੇਲਰ ਕੁਆਂਟੀਟੀ ਕੀ ਹੁੰਦੀ ਆ ਕਿ ਜਿਹਦੇ ਵਿੱਚ ਸਾਨੂੰ ਫਿਜ਼ੀਕਲ ਕੁਆਂਟੀਟੀ ਦਾ ਸਿਰਫ ਮੈਗਨੀਟਿਊਡ ਦਿੱਤਾ ਹੁੰਦਾ ਆ, ਬਟ ਵੈਕਟਰ ਕੁਆਂਟੀਟੀ ਕੀ ਹੁੰਦੀ ਆ ਜਿਹਦੇ ਵਿੱਚ ਸਾਨੂੰ ਮੈਗਨੀਟਿਊਡ ਬਟ ਡਾਇਰੈਕਸ਼ਨ ਵੀ ਨਾਲ ਦਿੱਤੀ ਹੁੰਦੀ ਹੈ, ਉਹਨੂੰ ਅਸੀਂ ਵੈਕਟਰ ਕੁਆਂਟੀਟੀ ਕਹਿੰਦੇ ਆ। ਸੋ ਦੇਖੋ ਕਿ weight ਦੇ ਵਿੱਚ ਸਾਨੂੰ ਡਾਇਰੈਕਸ਼ਨ ਦਿੱਤੀ ਹੁੰਦੀ ਹੈ, ਮੈਗਨੀਟਿਊਡ ਤਾਂ ਓਬਵੀਅਸਲੀ ਹੋਏਗਾ ਹੀ, ਡਾਇਰੈਕਸ਼ਨ ਦਿੱਤੀ ਹੁੰਦੀ ਹੈ ਹਾਂਜੀ, ਠੀਕ ਹੈ, ਕਿਉਂਕਿ ਗ੍ਰੈਵਿਟੀ ਇੱਕ ਸਪੈਸੀਫਿਕ ਡਾਇਰੈਕਸ਼ਨ ਦੇ ਵਿੱਚ ਲੱਗਦੀ ਹੈ, ਠੀਕ ਹੈ ਸਟੂਡੈਂਟਸ। ਸੋ ਇਹ ਵੈਕਟਰ weight ਜਿਹੜਾ ਹੈ ਵੈਕਟਰ ਕੁਆਂਟੀਟੀ ਹੀ ਹੈ। ਸੋ ਇਟ ਮੀਨਸ ਕਿ ਇਹ ਜਿਹੜੀ ਆਪਸ਼ਨ ਹੈ ਉਹ ਕਰੈਕਟ ਹੈ, ਬਟ ਸਾਨੂੰ ਕੀ ਕਿਹਾ ਹੈ ਫਾਲਸ ਸਟੇਟਮੈਂਟ ਅਸੀਂ ਦੇਖਣੀ ਹੈ। ਸੋ ਇਹ ਸਾਡਾ ਆਪਸ਼ਨ ਨਹੀਂ ਹੋ ਸਕਦਾ ਆਂਸਰ। ਸੈਕਿੰਡ ਆਪਸ਼ਨ ਹੈ weight is measured in Newton। ਬਿਲਕੁਲ ਠੀਕ ਹੈ ਕਿ weight ਨੂੰ ਨਿਊਟਨ ਦੇ ਵਿੱਚ ਮਾਪਿਆ ਜਾਂਦਾ ਹੈ, weight ਦੀ SI ਜਿਹੜੀ ਯੂਨਿਟ ਹੈ that is ਨਿਊਟਨ। ਸੋ ਇਟ ਮੀਨਸ ਇਹ ਵੀ ਆਪਸ਼ਨ ਜਿਹੜੀ ਆ ਉਹ ਕਰੈਕਟ ਹੈ। ਸੀ ਆਪਸ਼ਨ ਦੇਖਦੇ ਹਾਂ, the weight of an object is same on earth and the moon। ਕਹਿੰਦੇ ਕਿ ਜਿਹੜਾ weight ਹੈ ਕਿਸੇ ਵੀ ਆਬਜੈਕਟ ਦਾ ਉਹ ਅਰਥ ਤੇ ਮੂਨ ਤੇ ਸੇਮ ਹੋਏਗਾ। ਇਹ ਬਿਲਕੁਲ ਰੋਂਗ ਹੈ, ਕਿਉਂਕਿ ਅਸੀਂ ਪਹਿਲੇ ਡਿਸਕਸ ਕਰ ਚੁੱਕੇ ਹਾਂ ਕਿ ਜਿਹੜੀ ਗ੍ਰੈਵਿਟੀ ਲੱਗਦੀ ਆ ਅਰਥ ਤੇ ਮੂਨ ਤੇ ਦੈਟ ਇਜ਼ ਡਿਫਰੈਂਟ, ਉਹ ਡਿਫਰੈਂਟ ਹੈ, ਇਸ ਕਰਕੇ weight ਗ੍ਰੈਵਿਟੀ ਡਿਫਰੈਂਟ ਹੋਏਗੀ ਤਾਂ ਓਬਵੀਅਸਲੀ weight ਵੀ ਜਿਹੜਾ ਆ ਉਹ ਡਿਫਰੈਂਟ ਹੋਏਗਾ, ਠੀਕ ਹੈ, ਉਹ ਸੇਮ ਨਹੀਂ ਹੋਏਗਾ। ਸੋ ਇਹਦਾ ਆਂਸਰ ਹੈਗਾ ਸੀ ਆਪਸ਼ਨ, ਫਾਲਸ ਹੈ ਇਹ ਆਪਸ਼ਨ। ਨੈਕਸਟ ਫਿਫਥ ਕੁਐਸਚਨ ਇਜ਼ a force of 1 Newton is approximately a force needed to lift। ਕਹਿੰਦੇ ਕਿ a force of 1 Newton force ਜਿਹੜੀ ਹੈ ਉਹ 1 Newton force ਜਿਹੜੀ ਆ ਲਗਭਗ ਕਿੰਨੀ ਫੋਰਸ ਹੁੰਦੀ ਹੈ, ਮਤਲਬ 1 Newton force ਜਿਹੜੀ ਆ ਉਹ ਲਗਭਗ ਕਿੰਨੀ ਫੋਰਸ ਹੁੰਦੀ ਹੈ ਕਿ ਜਿਹਨਾਂ ਤਿੰਨਾਂ ਦੇ ਵਿੱਚੋਂ ਕਿਹਨੂੰ ਲਿਫਟ ਕਰਨ ਦੇ ਵਿੱਚ ਲੱਗਦੀ ਹੈ, ਠੀਕ ਹੈ, ਠੀਕ ਹੈ। ਕਹਿੰਦੇ ਕਿ 1 Newton ਉਨੀ ਫੋਰਸ ਹੁੰਦੀ ਹੈ ਜਿਹੜੀ ਇਹਨਾਂ ਦੇ ਵਿੱਚੋਂ ਇੱਕ ਨੂੰ ਲਿਫਟ ਕਰਨ ਦੇ ਵਿੱਚ ਲੱਗਦੀ ਹੈ। ਸੋ ਤੁਸੀਂ ਦੇਖੋ 1 Newton, ਫਸਟ ਆਪਸ਼ਨ ਹੈ ਅ ਸ਼ੂਗਰ ਕਿਊਬ, ਐਨ ਐਪਲ, ਅ ਕਾਰ। ਤਿੰਨਾਂ ਦੇ ਵਿੱਚੋਂ ਕਿਹੜੀ ਹੈ 1 Newton ਫੋਰਸ, ਜਿਹਨੂੰ ਜਿੰਨੀ 1 Newton ਫੋਰਸ ਕਹਿੰਦੇ ਉਨੀ ਫੋਰਸ ਹੈ ਜਿਹੜੀ ਇਹਨਾਂ ਦੇ ਵਿੱਚੋਂ ਕਿਸੇ ਨੂੰ ਲਿਫਟ ਕਰਨ ਦੇ ਵਿੱਚ ਲੱਗਦੀ ਹੈ। ਅਸੀਂ ਪਹਿਲੇ ਹੀ ਪੜ੍ਹ ਚੁੱਕੇ ਹਾਂ, ਅਸੀਂ ਉੱਪਰ ਜਿਹੜਾ ਇੱਕ ਲੌ ਕੀਤਾ ਤੁਹਾਨੂੰ ਹੁਣੇ ਹੀ ਯਾਦ ਹੋਏਗਾ ਕਿ 1 kg ਨੂੰ ਕਿੰਨੀ ਫੋਰਸ ਲੱਗਦੀ ਹੈ, ਕਿੰਨੀ ਗ੍ਰੈਵਿਟੀ ਲੱਗੇਗੀ, ਦੈਟ ਇਜ਼ 10 Newton, ਠੀਕ ਆ। ਸੋ 1 kg ਨੂੰ 10 Newton ਲੱਗੇਗੀ, ਠੀਕ ਹੈ ਜੀ। ਸੋ ਇੱਥੇ ਕੀ ਹੈ 1 Newton ਹੈ, 1 Newton ਦਾ ਮਤਲਬ ਹੈ ਕਿ ਉਹ ਜਿਹੜੀ ਵਸਤੂ ਹੈ ਇਹਨਾਂ ਦੇ ਵਿੱਚੋਂ ਉਹ 1 kg ਤੋਂ ਬਹੁਤ ਹੀ ਛੋਟੀ ਹੋਏਗੀ, ਕਿਉਂਕਿ 1 kg ਨੂੰ ਕਿੰਨਾ ਚਾਹੀਦਾ 10 Newton, ਬਟ ਇੱਥੇ 1 Newton ਹੈ, ਇਟ ਮੀਨਸ ਕਿ ਉਹ 1 kg ਤੋਂ ਤਾਂ ਛੋਟੀ ਹੋਏਗੀ। ਸੋ ਕਾਰ ਤਾਂ ਇਹਦੇ ਵਿੱਚੋਂ ਪਹਿਲੇ ਹੀ ਆਊਟ ਹੋ ਜਾਏਗੀ ਕਿਉਂਕਿ 1 kg ਤੋਂ ਬਹੁਤ ਜ਼ਿਆਦਾ ਉੱਪਰ ਹੁੰਦੀ ਆ, ਠੀਕ ਆ। ਅ ਸ਼ੂਗਰ ਕਿਊਬ ਇਹ ਵੀ ਜ਼ਿਆਦਾ ਹੋਏਗਾ ਸ਼ੂਗਰ 1 kg ਤੋਂ, ਠੀਕ ਆ। ਬਚੇ ਐਪਲ, ਐਨ ਐਪਲ, ਓਬਵੀਅਸਲੀ ਐਪਲ ਹੀ ਹੋਏਗਾ ਕਿਉਂਕਿ ਇੱਕ ਐਪਲ ਦਾ ਜਿਹੜਾ weight ਹੈ ਉਹ 1 kg ਤਾਂ ਨਹੀਂ ਹੋ ਸਕਦਾ, ਠੀਕ ਹੈ। ਸੋ 1 kg ਤੋਂ ਘੱਟ ਹੋਏਗਾ, ਇਸ ਕਰਕੇ ਇਹਦਾ ਆਂਸਰ ਕੀ ਆ 1 kg। ਤੁਹਾਨੂੰ ਇਹ ਚੀਜ਼ ਜਿਹੜੀ ਆ ਇਹਦੇ ਲਈ ਯਾਦ ਰੱਖਣੀ ਪਏਗੀ, ਠੀਕ ਹੈ ਸਟੂਡੈਂਟਸ। ਸੋ ਇਹ ਸੀਗੇ ਕੁਐਸਚਨ ਜਿਹੜੇ ਬੇਸ ਸੀਗੇ weight ਐਂਡ ਮਾਸ ਦੇ ਉੱਤੇ, ਠੀਕ ਹੈ ਸਟੂਡੈਂਟਸ। ਹੁਣ ਅਸੀਂ ਡਾਲਟਨ ਦੀ ਐਟੋਮਿਕ ਥਿਊਰੀ ਦੇ ਵਿੱਚੋਂ ਕੁਝ ਕੁਐਸਚਨ MCQs ਲਏ ਨੇ। ਸੋ ਫਸਟ ਸਾਡਾ ਇਸ ਟੌਪਿਕ ਦਾ ਸਾਡਾ ਜਿਹੜਾ MCQs ਹੈਗਾ ਆ ਦੈਟ ਇਜ਼ ਅਕੋਰਡਿੰਗ ਟੂ ਡਾਲਟਨ। ਇਹ ਅਸੀਂ ਡਾਲਟਨ ਦੀ ਐਟੋਮਿਕ ਥਿਊਰੀ ਵਾਲਾ ਟੌਪਿਕ ਚੱਕਿਆ ਆ। ਸੋ ਇਹਦੇ ਇੱਕ MCQ ਸੋਲਵ ਕਰਨ ਦੇ ਲਈ ਤੁਹਾਨੂੰ ਡਾਲਟਨ ਦੀ ਐਟੋਮਿਕ ਥਿਊਰੀ ਜਿਹੜੀ ਆ ਉਹ ਪਤਾ ਹੋਣੀ ਬਹੁਤ ਜ਼ਰੂਰੀ ਹੈ, ਠੀਕ ਹੈ। ਜੇ ਤੁਹਾਨੂੰ ਉਹਦੇ ਪੁਆਇੰਟਸ ਪਤਾ ਨੇ ਡਾਲਟਨ ਐਟੋਮਿਕ ਥਿਊਰੀ ਦੇ, ਦੈਨ ਯੂ ਕੈਨ ਈਜ਼ੀਲੀ ਆਨਸਰ ਥੀਸ ਕੁਐਸਚਨਸ। ਸੋ ਵੈਸੇ ਵੀ ਤੁਹਾਨੂੰ ਐਟੋਮਿਕ ਥਿਊਰੀ ਜਿਹੜੀ ਹੈ ਉਹ 5 ਮਾਰਕਸ ਵਿੱਚ ਪੁੱਛੀ ਜਾਂਦੀ ਆ, ਬਟ ਦਿਸ ਟਾਈਮ MCQs ਹੀ ਆਉਣਗੇ ਟੈਸਟ ਵਿੱਚ। ਸੋ ਅਸੀਂ MCQs ਡਿਸਕਸ ਕਰਨ ਜਾ ਰਹੇ ਹਾਂ, ਠੀਕ ਆ। ਅਕੋਰਡਿੰਗ ਟੂ ਡਾਲਟਨ ਐਟਮਸ ਆਫ ਡਿਫਰੈਂਟ ਐਲੀਮੈਂਟਸ ਕੰਬਾਈਨਡ ਵਿਦ ਵਨ ਅਨਦਰ ਟੂ ਫੋਰਮ। ਕਹਿੰਦੇ ਕਿ ਡਾਲਟਨ ਦੇ ਅਕੋਰਡਿੰਗ ਐਟਮਸ ਆਫ ਡਿਫਰੈਂਟ ਐਲੀਮੈਂਟਸ ਦੇ ਜਿਹੜੇ ਐਟਮਸ ਨੇ ਉਹ ਕੰਬਾਈਨ ਕਰਕੇ ਕੀ ਬਣਾਉਂਦੇ ਨੇ। ਸੋ ਜਿਹੜੇ ਡਿਫਰੈਂਟ ਐਟਮ ਨੇ ਉਹ ਬਣਾਉਂਦੇ ਨੇ ਕੰਪਾਊਂਡਸ। ਜੇ ਡਿਫਰੈਂਟ ਦੀ ਜਗ੍ਹਾ ਸੇਮ ਹੋਵੇ ਤਾਂ ਉਹ ਕੀ ਬਣਾਉਂਦੇ ਨੇ ਐਲੀਮੈਂਟਸ। ਸੋਲਿਊਸ਼ਨ ਦਾ ਤਾਂ ਵਿੱਚ ਕੋਈ ਕੰਮ ਨਹੀਂ ਹੈ, ਠੀਕ ਹੈ। ਸੋ ਇਹ ਤਾਂ ਆਪਸ਼ਨ ਦੇ ਵਿੱਚੋਂ ਕ੍ਰੋਸ ਹੋ ਜਾਏਗਾ, ਠੀਕ ਹੈ।
और जे डिफरेंट एलिमेंट्स आ रहे इत्थे, ठीक है, ਉਹਦੇ ਲਈ कंपाउंड आएगा, जे सेम आएगा ਤਾਂ एलिमेंट आएगा, क्योंकि एलिमेंट किवें बनते ने, सेम एटम्स ਦੇ ਨਾਲ एलिमेंट बनते ने ਜਦੋਂ सेम एटम्स कंबाइन ਹੁੰਦੇ ਨੇ, बट कंपाउंड ਜਿਹੜਾ ਆ ਉਹ डिफरेंट एलिमेंट ਤੋਂ ਮਿਲ ਕੇ, डिफरेंट एटम्स ਤੋਂ ਮਿਲ ਕੇ ਬਣਦਾ। सो नेक्स्ट क्वेश्चन है Dalton's theory fails to determine the existence of Dalton ਜਿਹੜੀ ਉਹਦੀ ਲਿਮਿਟੇਸ਼ਨਸ ਵੀ ਹੈਗੀਆਂ ਨੇ Dalton's atomic theory ਦੀਆਂ 5 ਮਾਰਕਸ ਵਿੱਚ ਆਉਂਦੀਆਂ ਨੇ, ਬਟ ਦਿਸ ਟਾਈਮ MCQs ਆ, ਸੋ ਤੁਹਾਨੂੰ ਫਿਰ ਵੀ ਪੜ੍ਹਨੀ ਪਏਗੀ Dalton's ਦੀ ਲਿਮਿਟੇਸ਼ਨਸ ਉਹਦੀ ਐਟਮਿਕ ਥਿਊਰੀ ਦੀਆਂ। ਸੋ ਕਹਿੰਦੇ ਕਿ ਕਿਹਨੂੰ ਉਹ ਡਿਟਰਮਾਈਨ ਐਗਜ਼ਿਸਟੈਂਸ ਉਹਦੀ ਹੋਂਦ ਨੂੰ ਡਿਟਰਮਾਈਨ ਕਰਨ ਦੇ ਵਿੱਚ ਫੇਲ ਰਿਹਾ ਸੀ, ਐਲੋਟ੍ਰੋਪਸ ਸੀ, ठीक है, उन्हें मॉलिक्यूल्स बारे भी दस्या, कंपाउंड्स बारे भी दस्या, बट उन्हें एलोट्रॉप्स की जिहड़ी होंद है उहदे बारे वो नहीं दस पाया सीगा, ठीक है, ये उहदी लिमिटेशन है, सो ये उहदा आंसर है। सिक्स्थ इज द एटम इज इनविजिबल वाज प्रपोज्ड बाय, कहते कि जिहड़ा एटम है वो इनडिविजिबल है, ये किहने इहनूं इहदा जिहड़ा सिद्धांत सीगा किहने कहा सीगा कि एटम जिहड़ा है वो इनडिविजिबल है, सो ये कहा सीगा डाल्टन ने, ठीक है, ਤੁਹਾਨੂੰ ਸਭ ਨੂੰ ਮੈਨੂੰ ਪਤਾ ਲੱਗ ਗਿਆ ਹੋਣਾ, ਕਿਉਂਕਿ ਅਸੀਂ ਡਾਲਟਨ ਜਿਹੜੀ ਐਟਮਿਕ ਥਿਊਰੀ ਆ ਉਹਦੇ MCQs ਡਿਸਕਸ ਕਰ ਰਹੇ ਹਾਂ, ਤਾਂ ਓਬਵੀਅਸਲੀ ਉਹਦੇ ਵਿੱਚ ਡਾਲਟਨ ਦੇ ਬਾਰੇ ਗੱਲ ਕੀਤੀ ਹੋਏਗੀ, ਠੀਕ ਹੈ, ਬਟ ਫਿਰ ਵੀ ਤੁਸੀਂ ਯਾਦ ਰੱਖਣਾ ਹੈ ਕਿ ਜਿਹੜਾ ਐਟਮ ਹੈ ਉਹ ਇੰਡੀਵਿਜ਼ੀਬਲ ਹੈਗਾ ਆ, ਇਹ ਕਿਹਨੇ ਕਿਹਾ ਸੀਗਾ, ਡਾਲਟਨ ਨੇ। 7th question is Dalton's atomic theory of same element have same mass and properties was proved wrong with the invention of dash, कहते कि Dalton's atomic theory जिहड़ी सीगी कि सेम एलिमेंट हैव सेम मास, सेम एलिमेंट का जिहड़ा मास है वो सेम होएगा, एंड प्रॉपर्टीज वाज प्रूव्ड रॉन्ग द इन्वेंशन ऑफ, ठीक है, कहते कि किहदे इन्वेंशन तो बाद ये गलत साबित होया कि जिहड़ा सेम एलिमेंट है उहदा मास भी जिहड़ा है सेम होएगा, ओबवियसली आइसोटॉप्स दी इन्वेंशन के कारण, ठीक है, ਜਦੋਂ ਆਈਸੋਟੋਪਸ ਦਾ ਇਨਵੈਂਸ਼ਨ ਹੋਇਆ ਤਾਂ ਜਿਹੜੀ ਡਾਲਟਨ ਦੀ ਐਟਮਿਕ ਥਿਊਰੀ ਸੀਗੀ ਉਹਦੇ ਵਿੱਚ ਪੁਆਇੰਟ ਸੀਗਾ ਕਿ ਸੇਮ ਐਲੀਮੈਂਟ ਹੈਵ ਸੇਮ ਮਾਸ, ਸੇਮ ਐਲੀਮੈਂਟ ਦਾ ਜਿਹੜਾ ਮਾਸ ਆ ਉਹ ਸੇਮ ਹੋਏਗਾ, ਬਟ ਜਦੋਂ ਆਈਸੋਟੋਪਸ ਦੀ ਇਨਵੈਂਸ਼ਨ ਹੋਈ ਤਾਂ ਇਹ ਜਿਹੜੀ ਆ ਉਹ ਰੋਂਗ ਪ੍ਰੂਵ ਹੋਈ ਸੀ, ਠੀਕ ਹੈ ਸਟੂਡੈਂਟਸ। ਜਦੋਂ ਇਹ ਲਾਈਨ ਆ ਗਈ ਕਿ ਸੇਮ ਐਲੀਮੈਂਟ ਹੈਵ ਸੇਮ ਮਾਸ, ਤਾਂ ਤੁਹਾਨੂੰ ਇੱਥੋਂ ਅੰਦਾਜ਼ਾ ਮਿਲ ਜਾਏਗਾ ਕਿ ਤੁਹਾਡਾ ਆਨਸਰ ਕੀ ਹੈ, ਆਈਸੋਟੋਪਸ, ਠੀਕ ਹੈ ਸਟੂਡੈਂਟਸ। 8th question ਹੈ which of the following is a postulate of Dalton's atomic theory, ठीक है, कहते कि केड़ा हेठ लिखिया दे विचों postulate है Dalton दी atomic theory दा। First point is all matter consists of indivisible particle called atoms. The atom is the smallest unit of matter that can take part in chemical reaction. Atom of the same element can combine in more than one ratio to form 2 or more compounds. All of the above. Students, here the postulate, the meaning of the postulate, wait, here, yeah. Its right answer is all of the above. मैनू लग रहा सी कि सारे ही correct ने, सो ऑल ऑफ द अबव भी आंसर कई बार हो सकता है, ठीक है, आई हैव डाउट, सो आई एम नाउ माई डाउट इज क्लीयर। सो स्टूडेंट्स ये क्या है कि केड़ा जिहड़ा पोस्टुलेट हैगा आ एटॉमिक थ्योरी का, सो सारे ऑप्शन जिहड़े ने वो डाल्टन दी एटॉमिक थ्योरी दे विच सीगे, ठीक है। फर्स्ट ऑप्शन है ऑल मैटर कंसिस्ट ऑफ इनडिविजिबल पार्टिकल कॉल्ड एटम्स, ठीक है, ये भी डाल्टन ने कहा सी। द एटम इज द स्मॉलेस्ट यूनिट ऑफ मैटर दैट कैन टेक पार्ट इन कैमिकल रिएक्शन, ये भी एटॉमिक थ्योरी दे विच जिहड़ा सीगा लिखिया होया सी। Atoms of the same element can combine in more than one ratio to form 2 or more compounds, ये भी ਉਹਦੀ एटॉमिक थ्योरी ਦੇ ਵਿੱਚ ਲਿਖਿਆ ਹੋਇਆ ਸੀ। सो स्टूडेंट्स 9th क्वेश्चन देखते हैं हम। According to Dalton's atomic theory, the smallest particle in which matter can exist is called, कहते कि according to Dalton ਉਹਦੀ थ्योरी ਦੇ according the smallest particle, सब तो छोटा particle in which matter can exist, ਜਿਹਦੇ ਵਿੱਚ ਮੈਟਰ ਜਿਹੜਾ ਆ ਉਹ ਰਹਿ ਸਕਦਾ ਹੈ। ऑप्शन इज एटम, आयरन, आयन,
इलेक्ट्रॉन एंड मॉलिक्यूल। स्टूडेंट्स डाल्टन ਦੇ ਅਕੋਰਡਿੰਗ ਸੀਗਾ ਐਟਮ, ठीक है, डाल्टन ਦੇ ਅਕੋਰਡਿੰਗ ਐਟਮ ਸੀਗਾ, ठीक है, बट बाद ਵਿੱਚ ਜਿਹੜੀ ਇਨਵੈਂਸ਼ਨ ਹੋਏ ਉਹਦੇ ਵਿੱਚ सब एटॉमिक पार्ट आए, इलेक्ट्रॉन, प्रोटॉन, ठीक है, न्यूरॉन, लाइक इदां दी। बट डाल्टन ने जो इहदा इन्वेंशन कीता सीगा, एटम दी एटॉमिक थ्योरी दी, ਉਹਦੇ ਵਿੱਚ ਕੀ ਸੀਗਾ कि एटम ही सब तो स्मॉलेस्ट पार्टिकल सीगा, ठीक है, ਜਿਹੜਾ ਕਿਸੇ ਕੈਮੀਕਲ ਕੰਬੀਨੇਸ਼ਨ ਦੇ ਵਿੱਚ ਪਾਰਟਿਸਿਪੇਟ ਕਰਦਾ है। सो स्टूडेंट्स ये सीगे इस टॉपिक नाल रिलेटेड क्वेश्चन। सो मैं तुहानूं यही कहांगा कि तुसी MCQs जिस तरह डिस्कस हो गए ने, बट फिर भी तुसी डाल्टन दी एटॉमिक थ्योरी नूं एक बार चंगे तरीके नाल पढ़ लो तां जो तुहाडे जिहड़े डाउट ने वो क्लीयर हो जाणगे। मिलते हैं बहुत जल्दी नैक्सट वीडियो दे विच। जेकर तुसी साडे चैनल नूं हजे तक सबसक्राइब नहीं कीता तो चैनल नूं वध तो वध सबसक्राइब कर दो ते वीडियो नूं वध तो वध शेयर करो। थैंक यू, मिलते हैं नैक्सट वीडियो विच।